ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੱਲਬਾਤ ਕਰਾਂਗੇ ਇੱਕ ਨਵੀਂ ਐਪ ਬਾਰੇ ਜਿਸ ਦਾ ਨਾਮ ਹੈ ਕੀਰਤਨ ਪੋਥੀ। ਕੀਰਤਨ ਕਰਨ ਵਾਲਿਆਂ ਵਾਸਤੇ ਅਤੇ ਜਿਨ੍ਹਾਂ ਨੂੰ ਗੁਰਬਾਣੀ ਪੜ੍ਹਨ ਸੁਣਨ ਦਾ ਸ਼ੌਂਕ ਹੈ ਉਹਨਾਂ ਵਾਸਤੇ ਇਸ ਦੇ ਅੰਦਰ ਬੜੇ ਹੀ ਲਾਭਕਾਰੀ ਫੀਚਰਸ ਹਨ। ਆਓ ਦੇਖੀਏ। ਵੀਡੀਓ ਨੂੰ ਵੇਖਣ ਤੋਂ ਇਲਾਵਾ ਤੁਸੀਂ ਹੈਲਪ ਬਟਨ ਜੋ ਕਿ ਸਟਾਰਟ ਪੇਜ ਤੇ ਹੈ ਇਸ ਤੋਂ ਵੀ ਜਾਣਕਾਰੀ ਲੈ ਸਕਦੇ ਹੋ। ਇਸ ਐਪ ਨੂੰ ਕਿਵੇਂ ਇਸਤੇਮਾਲ ਕਰਨਾ ਹੈ ਇਹ ਤੁਹਾਨੂੰ ਦੱਸੇਗਾ ਕਿ ਕੋਈ ਸ਼ਬਦ ਕਿਵੇਂ ਲੱਭਣਾ ਹੈ, ਆਪਣੀ ਪੋਥੀ ਕਿਵੇਂ ਬਣਾਉਣੀ ਹੈ ਜਾਂ ਕਿਸੇ ਪੋਥੀ ਵਿੱਚ ਕੋਈ ਸ਼ਬਦ ਕਿਵੇਂ ਪਾਉਣਾ ਹੈ। ਆਓ ਹੁਣ ਸ਼ੁਰੂ ਕਰੀਏ। ਕਿਸੇ ਵੀ ਸ਼ਬਦ ਨੂੰ ਕਿਵੇਂ ਲੱਭਣਾ ਹੈ। ਇਸ ਦੇ ਵਿੱਚ 4 ਤਰੀਕੇ ਹਨ ਸ਼ਬਦ ਲੱਭਣ ਦੇ। ਇੱਥੇ ਅਸੀਂ ਸ਼ੁਰੂ ਕਰਾਂਗੇ ਫਸਟ ਲੈਟਰ ਸਰਚ ਨਾਲ। ਸੋ ਜੇ ਮੈਂ ਸ਼ਬਦ ਵੇਖਣਾ ਹੈ ਗੁਰਪੂਰੈ ਮੇਰੀ ਰਾਖ ਲਈ ਤਾਂ ਮੈਨੂੰ ਸਿਰਫ ਲਿਖਣਾ ਹੈ ਗੁਰ ਗੱਗਾ ਪੂਰੈ ਪੱਪਾ ਮੇਰੀ ਮੰਮਾ ਰਾਖ ਰਾਰਾ ਲਈ ਲੱਲਾ। ਮੈਂ ਇਹਨਾਂ ਅੱਖਰਾਂ ਨੂੰ ਇੱਥੇ ਲਿਖ ਰਿਹਾ ਹਾਂ ਤਾਂ ਰਿਜ਼ਲਟ ਮੇਰੇ ਸਾਹਮਣੇ ਆ ਰਹੇ ਹਨ। ਸਰਚ ਬਟਨ ਨੂੰ ਟੱਚ ਕਰਨ ਦੀ ਵੀ ਲੋੜ ਨਹੀਂ ਤੇ ਸ਼ਬਦ ਤੁਕ ਤੁਹਾਡੇ ਸਾਹਮਣੇ ਆ ਗਈ ਹੈ। ਹੁਣ ਇਸ ਤੁਕ ਨੂੰ ਟੱਚ ਕਰਨ ਨਾਲ ਪੂਰਾ ਸ਼ਬਦ ਆ ਜਾਏਗਾ। ਦੂਜੇ ਨੰਬਰ ਤੇ ਹੈ ਮੇਨ ਲੈਟਰ ਸਰਚ, ਮਤਲਬ ਤੁਸੀਂ ਸ਼ਬਦ ਦੇ ਅੱਖਰ ਲਿਖਣੇ ਹਨ ਪਰ ਲੱਗਾ ਮਾਤਰਾ ਲਿਖਣ ਦੀ ਜ਼ਰੂਰਤ ਨਹੀਂ। ਜਿਵੇਂ ਗੁਰ ਗੱਗਾ ਰਾਰਾ ਪੂਰੈ ਪੱਪਾ ਰਾਰਾ ਮੇਰੀ ਮੰਮਾ ਰਾਰਾ ਸ਼ਬਦ ਸਾਹਮਣੇ ਆਉਣ ਲੱਗ ਪਏ। ਜੇ ਤੁਹਾਨੂੰ ਸਾਰੀਆਂ ਲੱਗਾ ਮਾਤਰਾ ਯਾਦ ਨਹੀਂ ਤਾਂ ਇਹ ਸਭ ਤੋਂ ਆਸਾਨ ਤਰੀਕਾ ਹੈ ਸ਼ਬਦ ਲੱਭਣ ਦਾ। ਇੱਥੇ ਮਾਤਰਾ ਤਾਂ ਕੋਈ ਨਹੀਂ ਪਾਉਣੀ ਪਰ ਸਪੇਸ ਛੋੜਨੀ ਹੈ। ਉਸ ਤੋਂ ਬਾਅਦ ਦੇਖੋ ਸ਼ਬਦ ਤੁਹਾਡੇ ਸਾਹਮਣੇ ਆ ਗਿਆ। ਇੱਕ ਹੋਰ ਤਰੀਕਾ ਹੈ ਅੰਗ ਸਰਚ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਵੀ ਅੰਗ ਨੰਬਰ ਲਿਖੋ ਜਿਵੇਂ 415 ਤੇ ਪ੍ਰੈਸ ਓਕੇ ਤਾਂ ਜਿਤਨੇ ਵੀ ਸ਼ਬਦ ਉਸ ਅੰਗ ਤੇ ਹਨ ਉਹਨਾਂ ਦੀ ਪਹਿਲੀ ਤੁਕ ਤੁਹਾਡੇ ਸਾਹਮਣੇ ਆ ਗਈ। ਚੌਥੇ ਨੰਬਰ ਤੇ ਹੈ ਐਗਜ਼ੈਕਟ ਸਰਚ ਜੋ ਥੋੜੀ ਮੁਸ਼ਕਲ ਹੈ, ਇਸ ਵਕਤ ਅਸੀਂ ਛੱਡ ਦਿੰਦੇ ਹਾਂ। ਇੱਕ ਹੋਰ ਵੱਡਾ ਗੁਣ ਹੈ ਇਸ ਐਪ ਦਾ ਕਿ ਤੁਸੀਂ ਆਪਣੇ ਮਨਪਸੰਦ ਸ਼ਬਦਾਂ ਦੀ ਪੋਥੀ ਬਣਾ ਸਕਦੇ ਹੋ। ਖੱਬੇ ਪਾਸੇ ਉੱਪਰ ਕੋਨੇ ਤੇ ਮੈਨੂ ਬਟਨ ਦਬਾਓ ਤਾਂ ਤੁਸੀਂ ਵੇਖੋ ਇਹ ਸਾਰੀਆਂ ਚੀਜ਼ਾਂ। ਸੋ ਅਸੀਂ ਬਣਾਉਣੀ ਹੈ ਕੀਰਤਨ ਪੋਥੀ। ਇਹਨੂੰ ਪ੍ਰੈਸ ਕਰੋ। ਹੁਣ ਤੁਸੀਂ ਹਰੇ ਰੰਗ ਦਾ ਜਮਾ ਦਾ ਨਿਸ਼ਾਨ ਹੈ ਉਸ ਨੂੰ ਪ੍ਰੈਸ ਕਰੋ ਤੇ ਮੈਂ ਇਸ ਪੋਥੀ ਦਾ ਨਾਮ ਰੱਖਣਾ ਹੈ ਕਿਰਪਾ। ਪ੍ਰੈਸ ਓਕੇ। ਹੁਣ ਸਾਡੀ ਇਹ ਨਵੀਂ ਪੋਥੀ ਬਣ ਗਈ। ਨਾਮ ਹੈ ਕਿਰਪਾ। ਮੈਂ ਹੁਣ ਇੱਕ ਹੋਰ ਪੋਥੀ ਬਣਾਉਣੀ ਹੈ। ਇਸ ਦਾ ਰੱਖਿਆ ਹੈ ਨਾਮ। ਇਸ ਨੂੰ ਤੁਸੀਂ ਗੁਰਮੁਖੀ ਵਿੱਚ ਵੀ ਲਿਖ ਸਕਦੇ ਹੋ। ਹੁਣ ਮੈਂ ਸਰਚ ਮੇਨ ਪੇਜ ਤੇ ਆ ਕੇ ਸ਼ਬਦ ਲੱਭਦਾ ਹਾਂ। ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ। ਇਹ ਤੁਕ ਸਾਹਮਣੇ ਆ ਗਈ। ਹੁਣ ਸਾਰਾ ਸ਼ਬਦ ਥੱਲੇ ਤੱਕ ਵੇਖ ਲਿਆ। ਹੁਣ ਜੋ ਥੱਲੇ ਇਹ ਬਟਨ ਹੈ ਡਿਸਕ ਵਾਲਾ ਇਹਨੂੰ ਪ੍ਰੈਸ ਕਰਕੇ ਮੇਰੇ ਸ਼ਬਦ ਦੀ ਪਹਿਲੀ ਤੁਕ ਸਾਹਮਣੇ ਆ ਗਈ ਤੇ ਉਸ ਦੇ ਹੇਠਾਂ ਸਿਲੈਕਟ ਪੋਥੀ। ਇਹ ਹੁਣ ਪੁੱਛਦਾ ਹੈ ਕਿਹੜੀ ਪੋਥੀ ਵਿੱਚ ਪਾਉਣਾ ਹੈ ਤਾਂ ਮੈਂ ਕਿਹਾ ਕਿਰਪਾ ਵਾਲੀ ਪੋਥੀ ਵਿੱਚ ਤੇ ਫਿਰ ਕਿਹਾ ਸੇਵ ਤਾਂ ਹੇਠਾਂ ਆ ਗਿਆ ਕਿ ਸ਼ਬਦ ਪੋਥੀ ਵਿੱਚ ਜਮ੍ਹਾਂ ਹੋ ਗਿਆ ਹੈ। ਹੁਣ ਇੱਕ ਹੋਰ ਸ਼ਬਦ ਪਾਈਏ ਜਪੋ ਤਾਂ ਏਕੋ ਨਾਮਾ। ਸ਼ਬਦ ਖੋਲ ਕੇ ਸੇਵ ਟੂ ਪੋਥੀ ਬਟਨ ਪ੍ਰੈਸ ਕੀਤਾ। ਨਾਲ ਤੁਸੀਂ ਆਪਣੇ ਚੁਣੇ ਹੋਏ ਸ਼ਬਦ ਨੂੰ ਜਿਹੜੀ ਮਰਜ਼ੀ ਤੁਕ ਤੋਂ ਸੇਵ ਕਰ ਸਕਦੇ ਹੋ। ਇੱਥੇ ਅਸੀਂ ਕਰਾਂਗੇ ਜਪੋ ਤਾਂ ਏਕੋ ਨਾਮਾ। ਇਸ ਸ਼ਬਦ ਨੂੰ ਨਾਮ ਵਾਲੀ ਪੋਥੀ ਵਿੱਚ ਜਮ੍ਹਾਂ ਕਰਨਾ ਹੈ। ਸੋ ਮੈਂ ਪ੍ਰੈਸ ਕੀਤਾ ਸੇਵ। ਇੱਕ ਹੋਰ ਕਮਾਲ ਦੀ ਚੀਜ਼ ਹੈ ਕਿ ਜੇ ਤੁਸੀਂ ਇਸੇ ਸ਼ਬਦ ਨੂੰ ਕਿਸੇ ਹੋਰ ਨਵੀਂ ਪੋਥੀ ਵਿੱਚ ਲਿਖਣਾ ਹੈ ਤਾਂ ਪ੍ਰੈਸ ਕਰੋ ਕ੍ਰੀਏਟ ਨਿਊ ਪੋਥੀ। ਨਵੀਂ ਪੋਥੀ ਬਣਾ ਕੇ ਮੈਂ ਉਸ ਦਾ ਨਾਮ ਦਿੱਤਾ ਏਕੋ ਨਾਮ। ਸੇਵ। ਹੁਣ ਇਹ ਸ਼ਬਦ ਵੀ ਇਸ ਪੋਥੀ ਵਿੱਚ ਆ ਗਿਆ। ਜੇ ਹੁਣ ਵਾਪਸ ਮੈਂ ਮੈਨੂ ਵਿੱਚ ਜਾ ਕੇ ਵੇਖਾਂ ਕੀਰਤਨ ਪੋਥੀ ਵਿੱਚ ਕੀ ਹੈ ਤਾਂ ਹੁਣ ਏਕੋ ਨਾਮ ਪੋਥੀ ਵਿੱਚ ਵੀ ਇੱਕ ਸ਼ਬਦ ਆ ਗਿਆ। ਜੇ ਪੋਥੀ ਖੋਲ ਕੇ ਵੇਖਾਂ ਤਾਂ ਇਸ ਵਿੱਚ ਮੇਰਾ ਸ਼ਬਦ ਆ ਗਿਆ ਜਪੋ ਤਾਂ ਏਕੋ ਨਾਮਾ। ਇਸ ਪੋਥੀ ਦਾ ਫਾਇਦਾ ਇਹ ਹੈ ਕਿ ਸ਼ਬਦਾਂ ਨੂੰ ਤੁਸੀਂ ਕਿਸੇ ਖਾਸ ਤਰੀਕੇ ਨਾਲ ਆਪਣੀ ਮਰਜ਼ੀ ਦੇ ਪ੍ਰਕਰਣਾਂ ਵਿੱਚ ਰੱਖ ਸਕਦੇ ਹੋ ਜਿਵੇਂ ਜਨਮ ਮਰਨ ਸੇਵਾ ਸਿਮਰਨ। ਆਓ ਇੱਕ ਦੋ ਸ਼ਬਦ ਹੋਰ ਵੇਖੀਏ। ਕਰੋ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਓ। ਇਸ ਨੂੰ ਮੈਂ ਕਿਰਪਾ ਵਾਲੀ ਪੋਥੀ ਵਿੱਚ ਪਾ ਰਿਹਾ ਹਾਂ। ਹੁਣ ਇਹ ਵੀ ਮੇਰੀ ਪੋਥੀ ਵਿੱਚ ਆ ਗਿਆ। ਮੈਂ ਵਾਪਸ ਆ ਕੇ ਪੋਥੀ ਵਿੱਚ ਕੀ ਵੇਖਦਾ ਹਾਂ ਕਿਰਪਾ ਵਾਲੀ ਪੋਥੀ ਵਿੱਚ ਹੁਣ 2 ਸ਼ਬਦ ਹਨ।
ਹੁਣ ਜਦੋਂ ਮੈਂ ਕੀਰਤਨ ਕਰਨ ਲਈ ਬੈਠਣਾ ਹੈ ਤਾਂ ਮੇਰੇ ਸਾਰੇ ਸ਼ਬਦ ਇਸ ਵਿੱਚ ਨਜ਼ਰ ਆ ਰਹੇ ਹਨ ਤੇ ਮੈਂ ਹੇਠਾਂ ਇਸ ਤੀਰ ਨੂੰ ਦਬਾ ਕੇ ਖੱਬੇ ਜਾਂ ਸੱਜੇ ਪਾਸੇ ਵਾਲੇ ਸ਼ਬਦ ਨੂੰ ਵੀ ਵੇਖ ਸਕਦਾ ਹਾਂ। ਪਹਿਲਾਂ ਮੇਰਾ ਸ਼ਬਦ ਕਰ ਕਿਰਪਾ ਕਿਰਪਾਲ ਸੱਜੇ ਪਾਸੇ ਜਾ ਕੇ ਤੀਰ ਨੂੰ ਦਬਾ ਕੇ ਆ ਗਿਆ ਕਰੋ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਵੋ। ਇਸ ਤਰੀਕੇ ਨਾਲ ਮੈਨੂੰ ਇਕੱਲੇ ਇਕੱਲੇ ਸ਼ਬਦ ਦੀ ਸਕਰੀਨਸ਼ਾਟ ਲੈਣ ਦੀ ਲੋੜ ਵੀ ਨਹੀਂ ਤੇ ਨਾ ਹੀ ਹਿਸਟਰੀ ਵਿੱਚ ਬਾਰ-ਬਾਰ ਜਾਣ ਦੀ ਲੋੜ ਹੈ। ਹੁਣ ਖੱਬੇ ਪਾਸੇ ਦੇ ਤੀਰ ਦੇ ਨਾਲ ਵਾਲਾ ਬਟਨ ਪ੍ਰੈਸ ਕਰਨ ਨਾਲ ਉੱਪਰ ਤੇ ਹੇਠਾਂ ਵਾਲੀ ਨੀਲੀ ਬਾਰ ਹਟ ਜਾਂਦੀ ਹੈ ਤੇ ਸ਼ਬਦ ਪੂਰੀ ਸਕਰੀਨ ਤੇ ਆ ਜਾਂਦਾ ਹੈ। ਆਓ ਪੋਥੀ ਤੇ ਵਾਪਸ ਚਲੀਏ। ਇੱਥੇ ਜੋ ਸੱਜੇ ਪਾਸੇ ਐਡਿਟ ਬਟਨ ਹੈ, ਇਸ ਨਾਲ ਤੁਸੀਂ ਕਿਸੇ ਵੀ ਸ਼ਬਦ ਦੀ ਤਰਤੀਬ ਬਦਲ ਸਕਦੇ ਹੋ। ਜੇ ਮੈਂ ਇਸ ਸ਼ਬਦ ਨੂੰ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਨੂੰ ਹੇਠਾਂ ਕਰਨਾ ਹੈ ਤਾਂ ਇਹ ਤੀਰ ਦਾ ਬਟਨ ਦਬਾ ਕੇ, ਫਿਰ ਜੇ ਮੈਂ ਸ਼ਬਦ ਸਿਲੈਕਟ ਕਰ ਲਿਆ ਤਾਂ ਹੇਠਾਂ ਡਿਲੀਟ ਬਟਨ ਹੈ, ਇਸ ਦੇ ਨਾਲ ਮੈਂ ਸ਼ਬਦ ਪੋਥੀ ਵਿੱਚੋਂ ਬਾਹਰ ਕੱਢ ਸਕਦਾ ਹਾਂ। ਹੁਣ ਪਿੱਛੇ ਆ ਕੇ ਪੋਥੀ ਦੇ ਉੱਪਰ 3-4 ਸੈਕਿੰਡ ਉਂਗਲੀ ਰੱਖ ਕੇ ਤੁਸੀਂ ਉਸ ਦਾ ਨਾਮ ਵੀ ਬਦਲ ਸਕਦੇ ਹੋ। ਜਿਵੇਂ ਇਸ ਪੋਥੀ ਦਾ ਨਾਮ ਪਹਿਲਾਂ ਕਿਰਪਾ ਇੰਗਲਿਸ਼ ਵਿੱਚ ਸੀ, ਹੁਣ ਮੈਂ ਪੰਜਾਬੀ ਵਿੱਚ ਕਰ ਲਿਆ। ਪੋਥੀ ਨੂੰ ਐਪ ਵਿੱਚੋਂ ਮਿਟਾ ਸਕਦੇ ਹੋ। ਜਮ੍ਹਾਂ ਵਾਲੇ ਸਾਈਨ ਨਾਲ ਪੋਥੀ ਨੂੰ ਐਕਸਪੋਰਟ ਜਾਂ ਇੰਪੋਰਟ ਵੀ ਕੀਤਾ ਜਾ ਸਕਦਾ ਹੈ। ਇਸ ਨਾਲ ਮੇਰੇ ਸ਼ਬਦ ਜਮ੍ਹਾਂ ਰਹਿਣਗੇ। ਜੇ ਮੈਨੂੰ ਕਿਧਰੇ ਫੋਨ ਬਦਲਣਾ ਵੀ ਪਿਆ ਤਾਂ। ਇੱਕ ਹੋਰ ਬੜੀ ਵਧੀਆ ਚੀਜ਼ ਹੈ ਇੱਥੇ, ਉਹ ਹੈ ਸੁੰਦਰ ਗੁਟਕਾ। ਜਿਤਨੀਆਂ ਵੀ ਬਾਣੀਆਂ ਸੁੰਦਰ ਗੁਟਕੇ ਵਿੱਚ ਹੁੰਦੀਆਂ ਹਨ, ਉਹ ਸਾਰੀਆਂ ਬਾਣੀਆਂ ਇੱਥੇ ਇਸ ਐਪ ਦੇ ਵਿੱਚ ਹਨ। ਪਰ ਇੱਕ ਹੋਰ ਖਾਸ ਗੱਲ ਹੈ ਕਿ ਤੁਸੀਂ ਇਸ ਲਿਸਟ ਵਿੱਚੋਂ ਉਹ ਬਾਣੀਆਂ ਚੁਣ ਸਕਦੇ ਹੋ ਜੋ ਕਿ ਤੁਹਾਨੂੰ ਆਪਣੀ ਲਿਸਟ ਵਿੱਚ ਪਾਠ ਕਰਨ ਲਈ ਚਾਹੀਦੀਆਂ ਹਨ। ਜਿਵੇਂ ਇੱਥੇ ਇਹਨਾਂ 7 ਬਾਣੀਆਂ ਦੇ ਨਾਲ ਮੈਂ ਸੁਖਮਨੀ ਸਾਹਿਬ ਅਤੇ ਫਿਰ ਆਸਾ ਕੀ ਵਾਰ ਨੂੰ ਚੁਣ ਲਿਆ, ਸੋ ਇਹ ਮੇਰਾ ਆਪਣਾ ਗੁਟਕਾ ਬਣ ਗਿਆ। ਇਸ ਐਪ ਦੇ ਨਾਲ ਆਸਾ ਦੀ ਵਾਰ ਦਾ ਕੀਰਤਨ ਕਰਨਾ ਬਹੁਤ ਆਸਾਨ ਹੋ ਗਿਆ ਹੈ। ਵੇਖੋ ਤੁਸੀਂ ਇਸ ਲਿਸਟ ਵਿੱਚ ਜਿਹੜੇ ਮਰਜ਼ੀ ਛੱਕੇ ਤੇ ਚਲੇ ਜਾਓ, 24 ਛੱਕਿਆਂ ਵਿੱਚੋਂ। ਫਿਰ ਉੱਪਰ ਇਹ ਜਿਹੜਾ ਹਾਰਮੋਨੀਅਮ ਬਣਿਆ ਹੈ, ਇਸ ਨੂੰ ਦਬਾ ਕੇ ਤੁਸੀਂ ਆਪਣੀ ਮਨਪਸੰਦ ਦੇ ਸ਼ਬਦ 'ਤੇ ਆਪਣੀ ਪੋਥੀ ਵਿੱਚ ਜਾ ਸਕਦੇ ਹੋ। ਫਿਰ ਹੇਠਾਂ ਆ ਕੇ ਤੁਸੀਂ ਵਾਪਸ ਆਸਾ ਕੀ ਵਾਰ ਦੇ ਜਿਹੜੇ ਮਰਜ਼ੀ ਛੱਕੇ 'ਤੇ ਜਾ ਕੇ ਆਪਣਾ ਕੀਰਤਨ ਅੱਗੇ ਕਰ ਸਕਦੇ ਹੋ। ਸੋ ਭਾਵੇਂ ਤੁਸੀਂ ਹਰ ਇੱਕ ਛੱਕੇ ਦੇ ਬਾਅਦ ਸ਼ਬਦ ਪੜ੍ਹਨ ਲਈ ਆਪਣੀ ਪੋਥੀ ਵਿੱਚ ਆ ਜਾਓ, ਫਿਰ ਵਾਪਸ ਚਲੇ ਜਾਓ। ਕਿੰਨੀ ਚੰਗੀ ਚੀਜ਼ ਹੈ ਨਾ। ਰਾਈਟਰ ਲਿਸਟ ਬਟਨ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਹੜਾ ਸ਼ਬਦ ਕਿਹੜੇ ਗੁਰੂ ਸਾਹਿਬਾਨ ਜਾਂ ਭਗਤ ਦਾ ਲਿਖਿਆ ਹੈ। ਸੋ ਇੱਥੇ ਅਸੀਂ ਆ ਕੇ ਦੇਖਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦ। ਇੱਥੇ ਰਾਗ ਲਿਸਟ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਰੇ 31 ਰਾਗਾਂ ਦਾ ਤਤਕਰਾ ਦੇਖ ਸਕਦੇ ਹਾਂ। ਆਹ ਹੁਣ ਬਿਲਾਵਲ ਰਾਗ ਦੇ ਸ਼ਬਦ ਵੇਖੀਏ। ਇਹ ਦੇਖੋ ਸਾਰੀ ਲਿਸਟ ਸਾਹਮਣੇ ਆ ਗਈ ਹੈ। ਇਸ ਦੇ ਅਖੀਰ ਵਿੱਚ ਇੱਕ ਹਿਸਟਰੀ ਬਟਨ ਹੈ, ਜਿਸ ਦੇ ਨਾਲ ਤੁਸੀਂ ਇਹ ਦੇਖ ਸਕਦੇ ਹੋ ਕਿਸ ਦਿਨ ਕਿਸ ਵਕਤ ਤੁਸੀਂ ਕਿਹੜਾ ਸ਼ਬਦ ਪੜ੍ਹਿਆ ਸੀ, ਅਤੇ ਹਿਸਟਰੀ ਦੇ ਵਿੱਚੋਂ ਜਦੋਂ ਮਰਜ਼ੀ ਤੁਸੀਂ ਉਸ ਸ਼ਬਦ 'ਤੇ ਜਾ ਕੇ ਪੂਰਾ ਸ਼ਬਦ ਦੁਬਾਰਾ ਪੜ੍ਹ ਸਕਦੇ ਹੋ। ਸਭ ਤੋਂ ਇੰਪੋਰਟੈਂਟ ਬਟਨ ਹੈ ਇਹ ਕੁਇਕ ਸੈਟਿੰਗ। ਆਓ ਸੈਟਿੰਗ ਵੀ ਦੇਖੀਏ। ਸਭ ਤੋਂ ਪਹਿਲਾਂ ਹੈਗਾ ਗੁਰਮੁਖੀ ਫੌਂਟ, ਉਹਨੂੰ ਵੱਡਾ ਛੋਟਾ ਕਰ ਸਕਦੇ ਹੋ। ਫਿਰ ਇੰਗਲਿਸ਼ ਟਰਾਂਸਲੇਸ਼ਨ, ਪੰਜਾਬੀ ਟਰਾਂਸਲੇਸ਼ਨ, ਟਰਾਂਸਲਿਟਰੇਸ਼ਨ, ਅਤੇ ਥੱਲੇ ਉਹਦਾ ਰੰਗ ਜਾਂ ਨੀਲਾ ਥੀਮ ਲੈਣਾ ਹੈ ਜਾਂ ਕਾਲਾ ਜਾਂ ਵਿਚਕਾਰ ਗਰੇ। ਇਸੇ ਤਰ੍ਹਾਂ ਹੀ ਜਨਰਲ ਵਿੱਚ ਵਿਸਰਾਮ ਔਨ ਆਫ ਕਰ ਸਕਦੇ ਹੋ, ਲੜੀਵਾਰ ਸਰੂਪ ਨੂੰ ਔਨ ਆਫ ਕਰ ਸਕਦੇ ਹੋ। ਆਓ ਹੁਣ ਹੱਥ ਲਿਖਤ ਫੌਂਟ ਨੂੰ ਵੇਖੀਏ। ਦੇਖੋ ਸ਼ਬਦ ਹੈ ਹਰ 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 ਗੁਣ ਗਾਵੋ। ਫੌਂਟ ਕੁਛ ਲੋਕਾਂ ਨੂੰ ਇਹ ਬਹੁਤ ਪਸੰਦ ਹੈ, ਸੋ ਇਸ ਨਾਲ ਵੀ ਤੁਸੀਂ ਰੈਗੂਲਰ ਫੌਂਟ ਨਾਲੋਂ ਇਹ ਪਸੰਦ ਕਰਦੇ ਹੋ ਤਾਂ ਇਸ ਨੂੰ ਵੇਖ ਸਕਦੇ ਹੋ। ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਵੇਖ ਕੇ ਸਾਰੀਆਂ ਗੱਲਾਂ ਸਮਝ ਆ ਗਈਆਂ ਹੋਣਗੀਆਂ ਅਤੇ ਤੁਸੀਂ ਇਸ ਐਪ ਤੋਂ ਪੂਰਾ ਫਾਇਦਾ ਉਠਾ ਸਕਦੇ ਹੋ। ਜੇਕਰ ਚੰਗੀ ਲੱਗੇ ਤਾਂ
ਇਸ ਐਪ ਬਾਰੇ ਦੱਸੋ ਆਪਣੇ ਮਿੱਤਰ, ਆਪਣੇ ਰਿਸ਼ਤੇਦਾਰ ਅਤੇ ਸੰਗਤ ਵਿੱਚ ਜਿਤਨਾ ਇਸ ਨੂੰ ਦੱਸੋਗੇ ਲੋਕਾਂ ਨੂੰ ਗੁਰਬਾਣੀ ਨਾਲ ਜੁੜਨ ਦਾ ਮੌਕਾ ਮਿਲੇਗਾ ਅਤੇ ਸਾਡੀ ਸਾਰਿਆਂ ਦੀ ਇਸ ਵਿੱਚ ਸੇਵਾ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।